मैं इस वक्त ਸਿੰਘੂ ਬਾਰਡਰ ਦੀ ਮੁੱਖ ਸਟੇਜ ਤੇ ਬਿਲਕੁਲ ਪਿੱਛੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਨਾਲ ਬੈਠਾ ਜੀ। ਜਗਜੀਤ ਸਿੰਘ ਡੱਲੇਵਾਲ ਸਾਰੀ ਦੁਨੀਆ ਜਾਣਦੀ ਆ, ਘੱਟੋ ਘੱਟ ਸਾਰਾ ਭਾਰਤੀ ਭਾਈਚਾਰਾ ਤੇ ਖਾਸ ਕਰਕੇ ਪੰਜਾਬੀ ਜਗਤ ਦੁਨੀਆ ਭਰ 'ਚ ਜਿਹੜਾ ਬੈਠਾ ਉਹ ਚੰਗੀ ਤਰ੍ਹਾਂ ਜਗਜੀਤ ਸਿੰਘ ਡੱਲੇਵਾਲ ਹੋਰਾਂ ਤੋਂ ਵਾਕਫ ਨੇ। ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂਆਂ ਦੇ ਵਿੱਚੋਂ ਨੇ ਤੇ ਹੁਣੇ ਸਟੇਜ ਤੋਂ ਬੋਲ ਕੇ ਉਤਰੇ ਨੇ। ਕੁਝ ਸਵਾਲ ਅਸੀਂ ਇਹਨਾਂ ਦਾ ਕਰਨਾ ਚਾਹੁੰਦੇ ਹਾਂ, ਖਾਸ ਤੌਰ ਦੇ ਉੱਤੇ ਜਿਹੜਾ ਭਾਰਤੀ ਭਾਈਚਾਰਾ ਵਿਦੇਸ਼ਾਂ ਦੇ ਵਿੱਚ ਬੈਠਾ ਹੈ, ਉਹਨਾਂ 'ਚ ਵੱਖਰੀਆਂ ਧਾਰਨਾਵਾਂ ਨੇ, ਵੱਖਰੇ ਚਰਚੇ ਨੇ ਤੇ ਬਹੁਤ ਸਾਰੇ ਸਵਾਲ ਪੈਦਾ ਹੁੰਦੇ ਨੇ ਕਿਉਂਕਿ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਨਿੱਕ ਸੁੱਕ ਆ ਰਿਹਾ ਜਾਂ ਮੈਂ ਜੇ ਸ਼ੁੱਧ ਪੰਜਾਬੀ 'ਚ ਕਹਿਣਾ ਹੋਵੇ ਤਾਂ ਖੇਸਵਾ ਜਿਹੜਾ ਆ ਰਿਹਾ ਉਹ ਇੰਨਾ ਕੁਝ ਆ ਰਿਹਾ ਜਿਸ 'ਚ ਭਾਰਤੀ ਜਨਤਾ ਪਾਰਟੀ ਦਾ IT ਸੈੱਲ ਵੀ ਕੰਮ ਕਰ ਰਿਹਾ ਤੇ ਨਾਲ ਦੀ ਨਾਲ ਕੁਝ ਅਖੌਤੀ ਕਿਸਮ ਦੇ ਜਿਹੜੇ ਝੰਡਾ ਬਰਦਾਰ ਨੇ ਉਹ ਇਸ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਡੱਲੇਵਾਲ ਸਾਹਿਬ, ਤੁਹਾਡਾ ਸਾਂਝਾ ਪੰਜਾਬ ਟੈਲੀਵਿਜ਼ਨ ਟੋਰਾਂਟੋ 'ਤੇ ਸਵਾਗਤ ਹੈ। ਤੇ ਕੁਝ ਸਵਾਲ ਪੈਦਾ ਹੋ ਰਹੇ ਨੇ ਖਾਸ ਤੌਰ ਦੇ ਉੱਤੇ 26 ਜਨਵਰੀ ਦੀ ਜਿਹੜੀ ਇੱਕ ਉਦਾਸ ਕਰ ਦੇਣ ਵਾਲੀ ਘਟਨਾ ਵਾਪਰੀ ਸੀ, ਪਰ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਅੰਦੋਲਨ ਇੱਕ ਵਾਰ ਫਿਰ ਚੜ੍ਹਤ ਦੇ ਵਿੱਚ ਹੈ ਤੇ ਬਾਹਰ ਬੈਠੇ ਬਹੁਤ ਸਾਰੇ ਲੋਕ ਇਹ ਪੁੱਛਦੇ ਆ ਵੀ ਪਤਾ ਨਹੀਂ ਸ਼ਾਇਦ ਵੱਖ-ਵੱਖ ਬਾਰਡਰਸ ਦੇ ਉੱਤੇ ਜਿਹੜੇ ਲੋਕ ਬੈਠੇ ਸੀ ਉਹ ਖਿੰਡ ਗਏ ਨੇ। ਤੁਸੀਂ ਅਸਲ ਸਥਿਤੀ ਜਿਹੜੀ ਹੈ ਲੋਕਾਂ ਦੇ ਸਾਹਮਣੇ ਰੱਖੋ। ਦੇਖੋ, ਜਿਸ ਦਿਨ 26 ਜਨਵਰੀ ਦਾ ਇਨਸੀਡੈਂਟ ਵਾਪਰੀ ਹੈ ਉਸ ਦਿਨ ਇੱਕ ਤਰ੍ਹਾਂ ਦਾ ਜਿਹੜਾ ਸਰਕਾਰ ਲੋਕਾਂ ਦੇ ਵਿੱਚ ਗਲਤ ਨੈਰੇਟਿਵ ਸੈੱਟ ਕਰਨ ਦੇ ਵਿੱਚ ਸਫਲ ਹੁੰਦੀ ਨਜ਼ਰ ਆਈ ਸੀ। ਸਾਡਾ ਜਿਹੜਾ ਵੀ ਦੂਸਰੀਆਂ ਸਟੇਟਾਂ ਤੋਂ ਭਾਈਚਾਰਾ, ਸਾਡਾ ਹਿੰਦੂ ਭਾਈਚਾਰਾ ਜੇ ਕਹਿ ਲਈਏ ਇਹਨੂੰ, ਤਾਂ ਸਾਰੇ ਇੱਕ ਵਾਰੀ ਮਤਲਬ ਐਂ ਲੱਗਿਆ ਸੀਗਾ ਵੀ ਸਾਡੇ ਨਾਲੋਂ ਦੂਰੀ ਬਣਾ ਗਏ ਸੀ। ਪਰ ਮੈਂ ਕਹੂੰਗਾ ਕਿ ਵਾਹਿਗੁਰੂ ਦੀ ਕਿਰਪਾ ਹੋਈ ਹੈ, ਕਿਸੇ ਦੇ ਕਹਿਣ ਦੀ ਗੱਲ ਨਹੀਂ ਹੋਈ ਇਹ, ਤੇ ਬਹੁਤ ਛੇਤੀ ਲੋਕ ਸਰਕਾਰ ਦੀ ਉਸ ਚਾਲ ਨੂੰ ਸਮਝਣ ਦੇ ਵਿੱਚ ਸਫਲ ਹੋਏ ਨੇ ਔਰ ਉਹਨੂੰ ਛੇਤੀ ਸਮਝਦਿਆਂ ਸਾਡੇ ਹਰਿਆਣਾ UP ਦੇ ਜਿਹੜੇ ਸਾਡੇ ਕਿਸਾਨ ਸੀਗੇ ਉਹਨਾਂ ਨੇ ਮੁੜ ਦੁਬਾਰਾ ਮਤਲਬ ਇਸ ਮੋਰਚੇ ਨੂੰ ਸੰਭਾਲਿਆ ਔਰ ਜਿਵੇਂ ਪੰਜਾਬ ਦੇ ਲੋਕ ਉਹਨਾਂ ਹਾਲਾਤਾਂ ਦੇ ਵਿੱਚ ਉਹ ਜਿਹੜੇ 2 ਦਿਨ 3 ਦਿਨ ਲੰਘੇ, ਉਹ ਜਿਹੜੀ ਇੱਥੇ ਪੰਜਾਬ ਦੀ ਕਿਸਾਨੀ ਬੈਠੀ ਸੀ ਉਹ ਬੜੇ ਦਿਲ ਇਰਾਦੇ ਦੇ ਨਾਲ ਡਟੀ ਰਹੀ, ਜਚੀ ਰਹੀ ਮੋਰਚੇ ਦੇ ਵਿੱਚ। ਭਾਵੇਂ ਇੱਥੇ ਕਈ ਤਰ੍ਹਾਂ ਦੀਆਂ ਇੱਟਾਂ ਪੱਥਰ ਵੀ ਮਤਲਬ ਸਿੱਟੇ ਗਏ, ਬਰਸਾਏ ਗਏ ਸਾਡੇ ਸੰਗਠਨਾਂ ਦੇ ਉੱਤੇ, ਪਰ ਫਿਰ ਵੀ ਲੋਕ ਦਿਲ ਇਰਾਦੇ ਦੇ ਨਾਲ ਇਸ ਮੋਰਚੇ ਦੇ ਵਿੱਚ ਸਾਹਮਣਾ ਕਰਦੇ ਰਹੇ। ਤਾਂ ਬਹੁਤ ਛੇਤੀ ਜਦੋਂ ਉਹਨਾਂ ਲੋਕਾਂ ਨੇ ਆ ਕੇ ਸਾਡੀਆਂ ਮਤਲਬ ਬਾਹਰਲੀਆਂ ਸਟੇਟਾਂ ਦੇ ਵੀਰਾਂ ਨੇ ਹਕੀਕਤ ਨੂੰ ਸਮਝ ਲਿਆ ਕਿ BJP ਇੱਕ ਚਾਲ ਖੇਡ ਗਈ ਤੇ ਉਹ ਚਾਲ ਦੇ ਵਿੱਚ ਅਸੀਂ ਮਤਲਬ ਫਸਣਾ ਨਹੀਂ, ਤਾਂ ਮੈਨੂੰ ਲੱਗਿਆ ਕਿ ਉਸ ਤੋਂ ਬਾਅਦ ਜਿਹੜਾ ਸਾਡੀ ਦੁਬਾਰਾ ਏਕਤਾ ਬਣੀ ਹੈ ਨਾ ਹਰਿਆਣੇ ਦੇ, ਖਾਸ ਕਰਕੇ ਮੈਂ ਭਾਈਚਾਰੇ ਦੀ ਗੱਲ ਕਰਾਂ, ਤਾਂ ਉਹਨਾਂ ਨੇ ਆ ਕੇ ਸਟੇਜ ਤੋਂ ਇਹ ਗੱਲ ਕਹੀ ਕਿ ਜੇਕਰ ਤੁਹਾਡੇ ਨਾਲ ਕੋਈ ਇੱਥੇ ਆ ਕੇ ਕਿਸੇ ਤਰ੍ਹਾਂ ਦਾ ਇੱਟ ਵੱਟਾ ਮਾਰਦਾ ਹੈ, ਤੁਹਾਡੇ ਨਾਲ ਕੋਈ ਇਹੋ ਜਿਹੇ ਹਾਲਾਤ ਕਰਦਾ ਹੈ, ਤਾਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ, ਤੁਹਾਡੇ ਮੂਹਰਲੇ ਪਾਸੇ ਉਹਨੂੰ ਪਹਿਲਾਂ ਸਾਡੇ ਨਾਲ ਟਕਰਾਓ ਲੈਣਾ ਪਊਗਾ। ਉਹਨਾਂ ਦੀ ਬਹੁਤ ਵਧੀਆ ਗੱਲ ਲੱਗੀ ਸਾਨੂੰ ਔਰ ਉਹਨਾਂ ਨੇ ਫਿਰ ਮੁੜ ਦੁਬਾਰਾ ਸਾਡਾ ਇੱਥੇ ਰਾਸ਼ਨ, ਸਾਨੂੰ ਸਬਜ਼ੀਆਂ, ਸਾਨੂੰ ਦੁੱਧ, ਉਹ ਸਾਰੀ ਕੁਝ ਸਪਲਾਈ ਦੇਣਾ ਸ਼ੁਰੂ ਕੀਤਾ। ਇੱਥੇ ਉਹਨਾਂ ਨੇ ਟੈਂਟ ਲਾ ਕੇ ਬੈਠੇ, ਸਾਡੇ ਮੂਹਰੇ ਆ ਕੇ ਬੈਠੇ, ਸਾਡੀ ਮਤਲਬ ਹਰ ਤਰ੍ਹਾਂ ਸਪੋਰਟ ਕੀਤੀ ਔਰ ਉਦੋਂ ਬਾਅਦ ਜਿਹੜੇ ਸਾਡੀ ਦੁਬਾਰਾ ਸਾਂਝ ਬਣੀ ਹੈ ਨਾ ਜੀ, ਉਹ ਪਹਿਲੀ ਸਾਂਝ ਸੀ ਸਾਡੀ ਕੇਵਲ ਕਾਨੂੰਨਾਂ ਨੂੰ ਲੈ ਕੇ। ਦੁਬਾਰਾ ਸਾਂਝ ਬਣੀ ਹੈ BJP ਦੀ ਇੱਕ ਚਾਲ ਦੇ ਖਿਲਾਫ। ਤਾਂ ਮੈਨੂੰ ਲੱਗਿਆ ਵੀ ਇਹ ਜਿਹੜੀ ਸਾਂਝ ਬਣੀ ਹੈ ਇਹ ਉਦੋਂ ਵੀ ਮਜ਼ਬੂਤੀ ਨਾਲ, ਜਿੱਥੇ ਕਾਨੂੰਨਾਂ ਦੇ ਖਿਲਾਫ ਲੜਾਈ ਦੀ ਸਾਂਝ ਸੀ ਉਹ ਤਾਂ ਸੀ ਉਹਨਾਂ ਦੀ BJP ਦੀ ਇੱਕ ਚਾਲ ਦੇ ਖਿਲਾਫ ਜਿਹੜੀ ਮੁੜ ਸਾਂਝ ਬਣੀ ਹੈ, ਇਹ ਮੈਨੂੰ ਲੱਗਦਾ ਯੁਗਾ ਜਗੰਤਰਾ ਤੱਕ ਮਤਲਬ ਚੱਲੂਗੀ ਔਰ ਵੱਡੀ ਪ੍ਰਾਪਤੀ ਹੈ। ਬਹੁਤ ਵੱਡੀ ਪ੍ਰਾਪਤੀ ਹੈ। ਇਹ ਅੰਦੋਲਨ ਸੱਚਮੁੱਚ ਹੀ ਬਹੁਤ ਵਿਆਪਕ ਹੋ ਗਿਆ। ਜਿਹੜੀ ਸਗੋਂ ਭਾਰਤੀ ਜਨਤਾ ਪਾਰਟੀ ਦੀ ਇਹ ਚਾਲ ਸੀ ਵੀ ਇਹਨੂੰ ਇਕੱਲਾ ਪੰਜਾਬ ਤੱਕ ਸੀਮਿਤ ਕਰ ਦਿੱਤਾ ਜਾਏ, ਉਹ ਸਭ ਕੁਝ ਖਤਮ ਹੋ ਚੁੱਕਾ। ਉਹਨਾਂ ਦੀਆਂ ਜਿੰਨੇ ਵੀ ਕੋਸ਼ਿਸ਼ਾਂ ਸੀਗੀਆਂ ਉਹ ਸਾਰੀਆਂ ਤੁਸੀਂ ਫੇਲ ਕੀਤੀਆਂ। ਤੁਹਾਡੇ ਵਲੰਟੀਅਰਸ ਜਿਹੜੇ ਆ ਬੜੀ ਮਿਹਨਤ ਨਾਲ, ਇਮਾਨਦਾਰੀ ਨਾਲ ਲੱਗੇ ਹੋਏ ਆ। ਕੱਲ੍ਹ ਤੁਸੀਂ ਇੱਕ ਮੀਡੀਆ ਗਰੁੱਪ ਵੱਲੋਂ ਇਸ ਅੰਦੋਲਨ ਨੂੰ ਬਦਨਾਮ ਕਰਨ ਦੀ ਜਿਹੜੀ ਕੋਸ਼ਿਸ਼ ਹੋ ਰਹੀ ਸੀ, ਉਹ 3 ਨੌਜਵਾਨ ਵੀ ਜਿਹੜੇ ਆ ਪ੍ਰੈਸ ਦੇ ਸਾਹਮਣੇ ਪੇਸ਼ ਕੀਤੇ ਆ। ਉਹ ਮਸਲਾ ਥੋੜ੍ਹਾ ਜਿਹਾ ਸਮਝਾਓ ਵੀ ਹੁਣ ਉਹ ਨੌਜਵਾਨ ਪੁਲਿਸ ਦੇ ਹਵਾਲੇ ਕਰ ਦਿੱਤੇ ਗਏ ਆ ਤੇ ਉਹ ਕੀ ਮੰਨ ਕੇ ਗਏ, ਇੱਥੇ ਕੀ ਕਰਨਾ ਚਾਹੁੰਦੇ ਸੀ? ਦੇਖੋ, ਜਿਹੜੇ ਅਸੀਂ ਫੜੇ ਨੇ ਲਗਾਤਾਰ ਇੱਕ ਰੌਲਾ ਪੈ ਰਿਹਾ ਸੀਗਾ ਕਿ ਸਾਡੇ ਨੌਜਵਾਨ ਇਹ ਕਹਿ ਰਹੇ ਸੀ ਗੋਦੀ ਮੀਡੀਆ ਇਹੋ ਜਿਹਾ ਪ੍ਰਚਾਰ ਹੋ ਰਿਹਾ ਸੀ ਤੇ ਮੀਡੀਆ ਵਾਲੇ ਸਾਡੇ ਵੀਰ, ਸਾਡੇ ਜਿਹੜੇ ਕੁਝ ਸਾਡੇ ਨਾਲ ਰਹਿਣ ਵਾਲੇ ਆ, ਉਹ ਵੀ ਇਹ ਮਹਿਸੂਸ ਕਰਦੇ ਸੀਗੇ ਵੀ ਯਾਰ ਮੀਡੀਆ ਨੂੰ ਤੁਸੀਂ ਇਸ ਤਰ੍ਹਾਂ ਦੀ ਸ਼ਬਦਾਵਲੀ ਨਾ ਵਰਤੋ। ਤਾਂ ਉਹ ਵੀ ਮੈਂ ਕਹੂੰਗਾ ਪਰਮਾਤਮਾ ਦੀ ਕੋਈ ਮਰਜ਼ੀ ਸੀ, ਜਿਹੜਾ ਉਹ ਸਾਡੇ ਸਾਹਮਣੇ ਬਹੁਤ ਛੇਤੀ ਆ ਗਿਆ ਕਹਾਣੀ। ਉਹਨਾਂ ਨੇ ਨਾ ਜੀ ਜਿਹੜੀ ਉਹਨਾਂ ਦੀ ਆਪਸੀ ਮੋਬਾਈਲ ਦੇ ਉੱਤੇ ਕੈਮਰਾਮੈਨ ਦੀ ਤੇ ਜਿਹੜਾ ਉਹਨਾਂ ਦਾ ਰਿਪੋਰਟਰ ਸੀ, ਦੋਹਾਂ ਦੀ ਜਿਹੜੀ ਚੈਟਿੰਗ ਹੋਈ ਹੈ, ਉਹ ਚੈਟਿੰਗ ਬੜੀ ਅਜੀਬ ਕਿਸਮ ਦੀ ਸੀ। ਉਹਨਾਂ ਨੇ ਉਹ ਆਪਦੀ ਚੈਟਿੰਗ ਦੇ ਵਿੱਚ ਅਜਿਹੀਆਂ ਗੱਲਾਂ ਕਹੀਆਂ ਕਿ ਜਦੋਂ ਕਾਂਡ ਹੋ ਜਾਂਦਾ ਹੈ ਤਾਂ ਮਤਲਬ ਬਚ ਕੇ ਨਿਕਲ ਜਾਓ ਜਾਂ ਦੌੜ ਜਾਓ, ਜਾਂ ਹੁਣ ਕਾਂਡ ਕਰਨ ਦੀ ਮਤਲਬ ਫਜ਼ੂਲ ਦੇ ਵਿੱਚ ਕਾਂਡ ਕਰਨ ਦੀ ਲੋੜ ਨਹੀਂ। ਇਹ ਜੀਆਂ ਗੱਲਾਂ ਜਿਹੜੀਆਂ ਨੇ ਬੜੀਆਂ ਮਤਲਬ ਸਵਾਲ ਖੜਾ ਕਰਨ ਵਾਲੀਆਂ
ਕਿ ਇਹ ਲਫ਼ਜ਼ ਜਿਹੜਾ ਵਰਤਿਆ ਗਿਆ ਤੇ ਕਿਸ ਮਕਸਦ ਲਈ ਵਰਤਿਆ ਗਿਆ, ਇਹ ਮਤਲਬ ਪੁੱਛਗਿੱਛ ਦਾ ਸਵਾਲ ਸੀ। ਜਿਹਨੂੰ ਅਸੀਂ ਨਹੀਂ ਕਰ ਸਕਦੇ ਸੀ ਉਹਨੂੰ ਪੁਲਿਸ ਹੀ ਕਰ ਸਕਦੀ ਸੀ। ਲੇਕਿਨ ਉਹ ਸਾਰੀ ਚੈਟ ਨੂੰ ਲੈ ਕੇ ਜਿਸ ਤਰ੍ਹਾਂ ਉਹਨਾਂ ਨੇ ਇਹ ਵੀ ਕਿਹਾ ਗਿਆ ਵੀ ਕਵਰੇਜ ਉਹਨਾਂ ਥਾਵਾਂ ਤੋਂ ਲੈਣੀ ਹੈ ਜਿੱਥੇ ਸਪੇਸ ਖਾਲੀ ਹੋਵੇ, ਖਾਲੀ ਥਾਵਾਂ ਦੀ ਸਪੇਸ ਲੈਣੀ ਹੈ, ਜਿੱਥੇ ਰਸ਼ ਆ ਉਹਦੀ ਮਤਲਬ ਆਪਾਂ ਕਵਰੇਜ ਨਹੀਂ ਲੈਣੀ। ਤੇ ਉਹਦਾ ਮਤਲਬ ਇਹ ਜਿਹੜਾ ਪੂਰੇ ਦਾ ਪੂਰਾ ਅੰਦੋਲਨ ਹੈ ਇਹਦੇ ਪ੍ਰਤੀ ਮਤਲਬ ਜਿਹੜਾ ਨੈਗੇਟਿਵ ਮਾਹੌਲ ਸਿਰਜਣ ਦੀ ਇੱਕ ਉਸ ਮਤਲਬ ਮੀਡੀਆ ਦੀ ਇੱਕ ਕੋਸ਼ਿਸ਼ ਸੀ, ਜਿਹੜੀ ਉਹਨੂੰ ਅਸੀਂ ਕੱਲ੍ਹ ਮੀਡੀਆ ਦੇ ਸਾਹਮਣੇ ਕੀਤਾ ਔਰ ਉਹਨੂੰ ਦੁਬਾਰਾ ਮਤਲਬ ਪੁਲਿਸ ਕੋਲ ਵੀ ਲੈ ਕੇ ਗਏ ਆ ਕਿ ਇਹਨੂੰ ਮਤਲਬ ਤੁਸੀਂ ਸਾਰਾ ਪੁਲਿਸ ਦੇ ਨੂੰ ਇਹਦਾ ਮੈਡੀਕਲ ਕਰਵਾਵੇ, ਆਪਦੇ ਕੋਲੇ ਰੱਖੇ ਔਰ ਇਹਦੇ ਕੋਲੋਂ ਪੁੱਛੇ ਵੀ ਇਹ ਸਾਰਾ ਕੁਝ ਕਿਉਂ ਹੋਇਆ ਹੈ। ਇੱਕ ਗੱਲ ਆਉਂਦੀ ਹੈ ਕਿ ਅੱਜ ਜਿਵੇਂ ਰੇਲ ਰੋਕੋ ਅੰਦੋਲਨ ਬਹੁਤ ਸਫਲ ਹੋਇਆ, ਜਿੰਨੀਆਂ ਕੁ ਖਬਰਾਂ ਸਾਡੇ ਕੋਲ ਆਈਆਂ ਦੇਸ਼ ਭਰ ਦੇ ਵਿੱਚ, ਪੰਜਾਬ 'ਚ ਤਾਂ ਹੋਣਾ ਹੀ ਸੀ। ਇੱਕ ਗੱਲ ਆ ਰਹੀ ਹੈ ਕਿ ਰੇਲ ਰੋਕੋ ਅੰਦੋਲਨ ਤੋਂ ਬਾਅਦ ਹੋਰ ਕੀ ਹੋਏਗਾ, ਕਿਸਾਨ ਜਥੇਬੰਦੀਆਂ ਦੇ ਐਕਸ਼ਨ ਪਲਾਨ ਕੀ ਹੋਣਗੇ, ਕਿਉਂਕਿ ਸਰਕਾਰ ਡਾਇਲੌਗ 'ਤੇ ਆਉਣ ਨੂੰ ਤਿਆਰ ਨਹੀਂ ਹੈ। ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਲ ਪਾਰਟੀ ਮੀਟਿੰਗ 'ਚ ਕਹਿੰਦੇ ਆ ਮੈਂ ਇੱਕ ਫੋਨ ਕਾਲ ਦੀ ਦੂਰੀ 'ਤੇ ਹਾਂ, ਫਿਰ ਪਾਰਲੀਮੈਂਟ 'ਚ ਬੋਲਦਿਆਂ ਕਹਿੰਦੇ ਆ ਅਸੀਂ ਗੱਲ ਕਰਨ ਨੂੰ ਤਿਆਰ ਹੈ, ਤੇ ਗੱਲ ਕਰਨ ਦਾ ਸਾਰਥਕ ਕਿਸਮ ਦਾ ਮਾਹੌਲ ਨਹੀਂ ਬਣਾਇਆ ਜਾ ਰਿਹਾ। ਉਲਟਾ ਆਲੇ ਦੁਆਲੇ ਜਿਸ ਕਿਸਮ ਦੀ ਉਹ ਘੇਰਾਬੰਦੀ ਕੀਤੀ ਜਾ ਰਹੀ ਸੀ ਉਹ ਤੋਂ ਲੱਗਦਾ ਸੀ ਵੀ ਸਰਕਾਰ ਦੇ ਇਰਾਦੇ ਕੁਝ ਹੋਰ ਨੇ। ਸੋ ਕਿਸਾਨ ਜਥੇਬੰਦੀਆਂ ਦੇ ਦਾਅ ਪੇਚ ਕਿਸ ਤਰ੍ਹਾਂ ਦੇ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਲੋਕ ਜਿਹੜੇ ਤੁਹਾਡੇ ਨਾਲ 3-3 ਮਹੀਨੇ ਤੋਂ ਬੈਠੇ ਆ ਉਹਨਾਂ 'ਚ ਕਈ ਵਾਰੀ ਅਕਾ ਜਿਹਾ ਵੀ ਆ ਜਾਂਦਾ ਵੀ ਅਸੀਂ ਇੱਥੇ ਬੈਠੇ ਕੀ ਕਰਦੇ ਹਾਂ। ਸੋ ਐਕਸ਼ਨ ਪਲਾਨ ਕੀ ਹੋ ਸਕਦੇ ਆ ਤੁਹਾਡੇ ਸਰਕਾਰ ਦੇ ਖਿਲਾਫ? ਦੇਖੋ, ਸਭ ਤੋਂ ਪਹਿਲਾਂ ਤੈਨੂੰ ਇਹ ਸਮਝਣਾ ਪਏਗਾ ਕਿ ਐਕਸ਼ਨ ਜਿਹੜਾ ਦੇਣਾ ਹੈ, ਐਕਸ਼ਨ ਦੇਣ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਊਗਾ ਕਿ ਲੜਾਈ ਕਿਹਦੇ ਨਾਲ ਹੈ, ਲੜਾਈ ਦਾ ਕਾਰਨ ਕੀ ਹੈ ਤੇ ਲੜਾਈ ਸ਼ੁਰੂ ਕਿਉਂ ਹੋਈ ਹੈ, ਕਿਹਦੇ ਖਿਲਾਫ ਆ, ਉਹ ਸਾਰੀਆਂ ਗੱਲਾਂ ਸਮਝਣੀਆਂ ਪੈਣੀਆਂ। ਇਹਨੂੰ ਇਕੱਲਾ ਐ ਸਮਝ ਲੈਣਾ ਕਿ ਭਾਰਤ ਸਰਕਾਰ ਦੇ ਖਿਲਾਫ ਲੜਾਈ ਹੈ, ਕਾਨੂੰਨ ਬਣ ਗਏ, ਇਹ ਮੈਨੂੰ ਲੱਗਦਾ ਬਹੁਤਾ ਮਤਲਬ ਸਾਡੇ ਲਈ ਇੱਕ ਤਰ੍ਹਾਂ ਦਾ ਅੱਧਾ ਅਧੂਰਾ ਸੱਚ ਹੋਏਗਾ। ਹਕੀਕਤ ਇਹ ਆ ਕਿ ਇਹ ਜਿਹੜੇ ਕਾਨੂੰਨ ਆਏ ਨੇ ਇਹ ਗੈਟ ਚੋਂ ਨਿਕਲ ਕੇ ਆਏ ਨੇ। ਗੈਟ ਦੇ ਜਿਹੜਾ 12ਵਾਂ ਅਧਿਆਇ ਹੈ ਉਹਦੇ ਵਿੱਚ ਬੜਾ ਕਲੀਅਰ ਕੱਟ ਸਪਸ਼ਟ ਲਿਖਿਆ ਹੈ ਕਿ ਕਿਸਾਨਾਂ ਨੂੰ MSP ਦੇਣੀ ਬੰਦ ਕੀਤੀ ਜਾਏ। ਹੁਣ ਇਹ ਜਿਹੜਾ ਕਾਨੂੰਨ ਬਣੇ ਨੇ ਇਹ ਟੇਢੇ ਢੰਗ ਨਾਲ, ਬੜੀ ਲੁਕਵੇਂ ਢੰਗ ਨਾਲ MSP ਤੋਂ ਮਤਲਬ ਭੱਜਣ ਦਾ ਇੱਕ ਰਸਤਾ ਤਿਆਰ ਕੀਤਾ ਗਿਆ ਹੈ ਇਹਨਾਂ ਕਾਨੂੰਨਾਂ ਦੇ ਵਿੱਚ। ਹੁਣ ਇਹ ਸਵਾਲ ਅੱਗੇ ਇਹ ਹੈ ਬਈ ਗੈਟ ਦੇ ਵਿੱਚੋਂ ਭਾਰਤ ਨੂੰ ਬਾਹਰ ਕੱਢਣ ਦਾ ਸਵਾਲ ਹੈ ਕਿ ਇਹ ਇੱਕ ਬਹੁਤ ਵੱਡੀ ਲੜਾਈ ਹੈ, ਇਹ ਛੋਟੀ ਜਿਹੀ ਲੜਾਈ ਨਹੀਂ ਹੈ ਔਰ ਬੜਾ ਕੁਛ ਮਤਲਬ ਇਹਦੇ ਉੱਤੇ ਬਚਣਾ ਪੈਣਾ ਹੈ, ਸਰਕਾਰ ਨੂੰ ਵੀ ਬਚਣਾ ਪੈਣਾ, ਕੋਈ ਸਾਨੂੰ ਵੀ ਵਿਚਾਰਨਾ ਪੈਣਾ, ਸਾਰਿਆਂ ਨੂੰ ਰਲ ਮਿਲ ਕੇ ਇਹਦੇ ਵਿੱਚੋਂ ਇਹ ਹੱਲ ਲੱਭਣਾ ਪੈਣਾ ਹੈ ਕਿ ਗੈਟ 'ਚੋਂ ਭਾਰਤ ਬਾਹਰ ਆਵੇ। ਗੈਟ 'ਚੋਂ ਜਿੰਨਾ ਚਿਰ ਭਾਰਤ ਬਾਹਰ ਨਹੀਂ ਆਉਂਦਾ ਉਹਨਾਂ ਚਿਰ ਅਜਿਹੇ ਕਾਨੂੰਨ ਦੇਸ਼ ਦੇ ਉੱਤੇ ਲਾਗੂ ਹੁੰਦੇ ਰਹਿਣਗੇ ਔਰ ਇੱਥੋਂ ਤੱਕ ਆ ਕਿ ਮਤਲਬ ਇੱਥੋਂ ਦੀ ਇੰਡਸਟਰੀ, ਇੱਥੋਂ ਦਾ ਸਾਰਾ ਸਿਸਟਮ ਕਾਰਪੋਰੇਟਾਂ ਦੇ ਹਵਾਲੇ ਹੋਏਗਾ ਹੀ ਹੋਏਗਾ। ਕਿਉਂਕਿ ਗੈਟ ਦੀ ਪਾਲਿਸੀ ਇਹ ਹੈ ਕਿ ਉਹਨਾਂ ਨੇ ਮਤਲਬ ਇੱਥੇ ਜਿਹੜੀ ਐਗਰੀਕਲਚਰ ਹੈ, ਐਗਰੀਕਲਚਰ ਨੂੰ ਕੰਪਨੀਆਂ ਦੇ ਕੋਲੇ ਮਤਲਬ ਸੌਂਪ ਕੇ ਔਰ ਕਾਰਪੋਰੇਟਾਂ ਨੂੰ ਸਸਤਾ ਲੇਬਰ ਮੁਹੱਈਆ ਕਰਵਾਉਣ ਦੀ ਇੱਕ ਚਾਲ ਦੇ ਤਹਿਤ ਇਹ ਸਾਰੀ ਕਹਾਣੀ ਰਚੀ ਗਈ ਹੈ, ਜਿਹਨੂੰ ਅਸੀਂ ਸਮਝਣਾ ਪਹਿਲਾਂ ਤਾਂ ਸਾਡੇ ਲਈ ਸਮਝਣਾ ਜ਼ਰੂਰੀ ਹੈ ਔਰ ਇਹਦੇ 'ਚੋਂ ਹੁਣ ਅੱਗੇ ਐਕਸ਼ਨ ਵੇਖਣੇ ਹੈ ਕਿ ਸਾਡੀ ਲੜਾਈ ਇਹ ਨਿੱਕੀ ਨਹੀਂ ਹੈ, ਸਾਡੀ ਲੜਾਈ ਮਹੀਨਿਆਂ ਬੱਧੀ ਚੱਲਣ ਵਾਲੀ ਆ, ਸਾਡੀ ਲੜਾਈ ਸਾਲਾਂ ਬੱਧੀ ਚੱਲਣ ਵਾਲੀ ਹੈ ਔਰ ਜਦੋਂ ਐਡੀ ਲੰਬੀ ਲੜਾਈ ਚੱਲਣੀ ਹੋਵੇ ਤਾਂ ਉਹਦੇ ਵਿੱਚ ਕਾਹਲ ਦੇ ਨਾਲ ਐਕਸ਼ਨ ਦੇਣਾ ਮੈਨੂੰ ਲੱਗਦਾ ਸਿਆਣਪ ਨਹੀਂ ਹੁੰਦੀ। ਉਹ ਬੜਾ ਜਥੇਬੰਦੀਆਂ ਸਾਰੀਆਂ ਵਿਚਾਰ ਕੇ ਸੋਚ ਕੇ ਐਕਸ਼ਨ ਪ੍ਰੋਗਰਾਮ ਦੇਵਾਂਗੇ ਕਿ ਕਿਹੋ ਜਿਹਾ ਐਕਸ਼ਨ ਹੋਵੇ ਜਿਹਦੇ ਨਾਲ ਸਰਕਾਰ ਤੇ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਸਾਡਾ ਇੰਪ੍ਰੈਸ਼ਨ ਜਾਵੇ, ਬਾਹਰਲੇ ਕੰਟਰੀਆਂ ਦੇ ਉੱਤੇ ਵੀ ਇੰਪ੍ਰੈਸ਼ਨ ਜਾਵੇ। ਕਿਉਂਕਿ ਜਿਹੜੀ ਅਮਰੀਕਾ ਦੀ ਕਈ ਵਾਰੀ ਗੱਲ ਆ ਜਾਂਦੀ ਹੈ ਕਿ ਅਮਰੀਕਾ ਨੇ ਚਿੱਠੀ ਲਿਖੀ ਜੀ, ਅਮਰੀਕਾ ਦੇ ਮੰਤਰੀ ਨੇ ਚਿੱਠੀ ਲਿਖੀ ਜੀ, ਇਹ ਹੋਇਆ ਉਹ ਹੋਇਆ। ਹੁਣ ਉਹੀ ਦੇਸ਼ ਆ ਜਿਹੜੇ ਉਹ ਜਾ ਕੇ WTO ਦੇ ਵਿੱਚ ਭਾਰਤ ਸਰਕਾਰ ਦੇ ਖਿਲਾਫ ਕੇਸ ਪਾਉਂਦੇ ਨੇ ਔਰ ਇਹ ਕਹਿੰਦੇ ਨੇ ਕਿ ਭਾਰਤ ਆਪਦੇ ਕਿਸਾਨਾਂ ਨੂੰ MSP ਦੇ ਰਿਹਾ, ਬੰਦ ਕਿਉਂ ਨਹੀਂ ਕਰ ਰਿਹਾ। ਇੱਕ ਪਾਸੇ ਤਾਂ ਇਹ ਕਹਿ ਰਿਹਾ ਕਿ MSP ਬੰਦ ਕਰੇ ਭਾਰਤ, ਦੂਸਰੇ ਪਾਸੇ ਜੇ ਕਿਸਾਨ ਲੜਾਈ ਲੜ ਰਹੇ ਨੇ ਤਾਂ ਦੋਗਲੀ ਨੀਤੀ ਅਪਣਾ ਕੇ ਇਹ ਕਹਿ ਰਿਹਾ ਹੈ ਕਿ ਅਸੀਂ ਕਿਸਾਨਾਂ ਦੇ ਅੰਦੋਲਨ ਦੇ ਨਾਲ ਹਾਂ। ਤੈਨੂੰ ਕਿਹਨੂੰ ਕਿਵੇਂ ਦੇਖਾਂਗੇ ਅਸੀਂ। ਸੋ ਇਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਲੈ ਕੇ ਜਿਹੜਾ ਅੰਦੋਲਨ ਦੀ ਅਗਲੀ ਲੜਾਈ ਹੈ, ਅਗਲੀ ਰਣਨੀਤੀ ਹੈ, ਉਹ ਸਾਰੀਆਂ ਜਥੇਬੰਦੀਆਂ ਲਈ ਇੱਕ ਬਹੁਤ ਸੀਰੀਅਸ ਮੈਟਰ ਹੈ। ਸੋਚ ਸਮਝ ਕੇ ਅੰਦੋਲਨ ਨੂੰ ਅਗਲੇ ਪੜਾਅ ਦੇ ਵਿੱਚ ਲੈ ਕੇ ਜਾਣਾ ਔਰ ਲੈ ਕੇ ਜਾਵਾਂਗੇ। ਲੇਕਿਨ ਫਿਲਹਾਲ ਸਾਡਾ ਧਿਆਨ ਇੱਥੇ ਹੈ ਕਿ ਸਾਡੇ ਜਿਹੜੇ ਨੌਜਵਾਨ, ਸਾਡੇ ਵੀਰ ਜੇਲ੍ਹਾਂ ਦੇ ਵਿੱਚ ਬੰਦ ਨੇ, ਉਹਨਾਂ ਦੇ ਪਰਿਵਾਰ ਵੀ ਬੜੇ ਮਾਯੂਸ ਨੇ, ਉਹਨਾਂ ਦੇ ਪਰਿਵਾਰਾਂ ਨੂੰ ਕਿਵੇਂ ਹੌਸਲੇ ਦੇ ਵਿੱਚ ਲਿਆ ਜਾਏ, ਬੱਚੇ ਛੇਤੀ ਤੋਂ ਛੇਤੀ ਜੇਲ੍ਹਾਂ ਦੇ ਵਿੱਚੋਂ ਸਾਡੇ ਵੀਰੋ ਬਾਹਰ ਕਿਵੇਂ ਕਢਾਏ ਜਾਣ, ਉਹ ਸਾਰੀ ਗੱਲ ਨੂੰ ਧਿਆਨ 'ਚ ਲੈ ਕੇ ਸਾਡਾ ਪਹਿਲਾ ਧਿਆਨ ਉਧਰ ਨੂੰ ਹੈ। ਔਰ ਅੰਦੋਲਨ ਦੀ ਜਿਹੜੀ ਅਗਲੀ ਰੂਪ ਰੇਖਾ, ਕਿਉਂਕਿ ਸਾਨੂੰ ਪਤਾ ਅੰਦੋਲਨ ਬਹੁਤ ਲੰਬਾ ਚੱਲਣਾ ਹੈ, ਇਹ 1-2 ਦਿਨਾਂ ਦਾ ਅੰਦੋਲਨ ਜਾਂ ਮਹੀਨੇ ਜਾਂ 2 ਮਹੀਨੇ ਦਾ ਅੰਦੋਲਨ ਨਹੀਂ ਹੈ।
ਇਹ ਲੰਬੇ ਅੰਦੋਲਨ ਵਾਸਤੇ ਕੋਈ ਜ਼ਰੂਰੀ ਨਹੀਂ ਵੀ ਪ੍ਰੋਗਰਾਮ ਅੱਜ ਹੀ ਦਈਏ, ਅੱਜ ਉਹਨਾਂ ਨੂੰ ਕਿਹੜਾ ਬੱਚਿਆਂ ਨੂੰ ਬਾਹਰ ਕਢਾਈਏ, ਉਸ ਤੋਂ ਬਾਅਦ ਮਤਲਬ ਅਗਲੇ ਪ੍ਰੋਗਰਾਮ ਦਿੱਤੇ ਜਾਣਗੇ। ਆਖਰੀ ਗੱਲ ਤੁਹਾਡੇ ਨਾਲ ਕਰਨੀ ਹੈ, ਇਹ ਨੰਬਰ 1 ਤਾਂ ਜਿਹੜੇ ਪੰਜਾਬ ਦੇ ਲੋਕਲ ਬਾਡੀਜ਼ ਇਲੈਕਸ਼ਨ ਹੋਏ ਆ ਉਹਦੇ ਜਿਹੜੇ ਨਤੀਜੇ ਆਏ ਆ ਉਹਨਾਂ ਦੇ ਕੀ ਅਰਥ ਤੁਸੀਂ ਦੇਖਦੇ ਹੋ? ਕਿਉਂਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਬਹੁਤ ਬੁਰੀ ਤਰ੍ਹਾਂ ਮੂਧੇ ਮੂੰਹ ਪਈ ਆ, ਸ਼੍ਰੋਮਣੀ ਅਕਾਲੀ ਦਲ ਨੂੰ ਵੀ ਨਮੋਸ਼ੀਜਨਕ ਹਾਰ ਹੋਈ ਹੈ। ਕਾਂਗਰਸ ਦੇ ਬਹੁਤੇ ਲੋਕ ਜਿੱਤੇ ਨੇ ਬਿਨਾਂ ਕੁਝ ਕੀਤਿਆਂ, 4 ਸਾਲ ਕਾਂਗਰਸ ਨੇ ਵੀ ਕੁਝ ਨਹੀਂ ਕੀਤਾ, ਪਰ ਕਿਸਾਨ ਅੰਦੋਲਨ ਦੇ ਚੱਲਦਿਆਂ ਜਿਸ ਤਰ੍ਹਾਂ ਦੇ ਨਤੀਜੇ ਇਹਦੇ ਕੀ ਅਰਥ ਨੇ? ਦੂਜੀ ਗੱਲ ਨਾਲ ਹੀ ਜੋੜ ਕੇ ਮੈਂ ਪੁੱਛਣੀ ਚਾਹੁੰਦਾ ਵੀ ਮੈਨੂੰ ਇਹ ਲੱਗ ਰਿਹਾ ਹੈ ਕਿ ਸ਼ਾਇਦ ਸਰਕਾਰ 'ਤੇ ਜਦੋਂ ਹੁਣ ਜਿੱਦਾਂ ਅੰਦੋਲਨ ਨੇ ਵਧਿਆ, ਤੁਹਾਡਾ ਰਾਜਸਥਾਨ, ਹਰਿਆਣਾ, ਖਾਸ ਤੌਰ 'ਤੇ ਉੱਤਰ ਪ੍ਰਦੇਸ਼, ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਪ੍ਰੈਸ਼ਰ ਜ਼ਰੂਰ ਬਿਲਡ ਹੋਇਆ। ਇਸੇ ਕਰਕੇ ਅਮਿਤ ਸ਼ਾਹ ਨੇ ਐਮਰਜੈਂਸੀ ਮੀਟਿੰਗ ਪਰਸੋਂ ਰਾਤ ਕਾਲ ਕੀਤੀ, ਚਰਚਾ ਕੀਤੀ ਵੀ ਕੀ ਕਰੀਏ, ਕਿੰਨਾ ਕੁ ਜਿਹੜੇ ਇਲਾਕੇ ਆ ਜਿੱਥੇ ਕਿਸਾਨ ਬੈਠੇ ਆ ਸਾਡਾ ਨੁਕਸਾਨ ਹੋਣ ਜਾ ਰਿਹਾ, ਜਿਹੜੀ ਵੋਟ ਪੋਲੀਟਿਕਸ ਹੈ ਉਹਨੂੰ ਚਰਚਾ 'ਚ ਲਿਆਂਦਾ। ਤਾਂ ਤੁਹਾਨੂੰ ਲੱਗਦਾ ਨਹੀਂ ਹੈ ਕਿ ਡਾਇਲੋਗ ਲਈ ਆਉਣ ਵਾਲੀ ਦਿਨ ਜਿਹੜੇ ਆ ਬੜੇ ਅਹਿਮ ਹੋਣਗੇ, ਸਰਕਾਰ ਦੇ ਲਈ ਤਿਆਰ ਹੋਣ ਵਾਲੀ ਹੈ ਕਿਉਂਕਿ ਇੱਕ ਪ੍ਰੈਸ਼ਰ ਬਿਲਡ ਹੋਇਆ? ਇਹ ਦੋਨੋਂ ਗੱਲਾਂ ਬਾਰੇ ਤੁਸੀਂ ਕੀ ਸੋਚਦੇ ਹੋ? ਦੇਖੋ, ਪਹਿਲੀ ਤਾਂ ਗੱਲ ਹੈ ਜਿਹੜਾ ਪੰਜਾਬ ਦਾ ਤੁਸੀਂ ਸਵਾਲ ਕੀਤਾ ਹੈ ਕਿ ਪੰਜਾਬ ਦੀ ਇਲੈਕਸ਼ਨ ਦੇ ਵਿੱਚ ਵੱਡੀ ਹਾਰ ਹੋਣੀ ਬੀਜੇਪੀ ਦੀ, ਇਹ ਸੁਭਾਵਿਕ ਸੀ ਕਿਉਂਕਿ ਬੀਜੇਪੀ ਦੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਉਹਨਾਂ ਦੇ ਕੋਲੋਂ ਇਸ ਅੰਦੋਲਨ ਦੇ ਦੌਰਾਨ ਲੋਕ ਪੱਖੀ ਕੋਈ ਵੀ ਕਦਮ ਨਹੀਂ ਉਠਾਇਆ ਜਾ ਚੁੱਕਿਆ। ਉਹਨਾਂ ਵੱਲੋਂ ਵਧੀਆ ਕਦਮ ਨਾ ਉਠਾਇਆ ਜਾ ਸਕਣਾ ਆਪਣੇ ਆਪ ਇਹ ਗੱਲ ਸੀ ਕਿ ਉਹਨਾਂ ਦੇ ਸਵਾਲ ਉੱਠਣੇ ਹੀ ਉੱਠਣੇ ਸੀ, ਅਤੇ ਉਹਨਾਂ ਸਵਾਲਾਂ ਦਾ ਲੋਕਾਂ ਨੇ ਮਤਲਬ ਇਹਨਾਂ ਚੋਣਾਂ ਦੇ ਵਿੱਚ ਜਵਾਬ ਮੰਗਣਾ ਹੀ ਮੰਗਣਾ ਸੀ, ਔਰ ਉਦੋਂ ਮਤਲਬ ਲੋਕਾਂ ਨੇ ਵੋਟ ਨਾ ਦੇ ਕੇ ਉਹਨਾਂ ਨੂੰ ਮਤਲਬ ਉਹਨਾਂ ਦਾ ਫਤਵਾ ਦਿੱਤਾ ਹੈ। ਰਹੀ ਗੱਲ ਤੁਸੀਂ ਗੱਲ ਕੀਤੀ ਅਕਾਲੀ ਦਲ ਨੂੰ ਬਹੁਤਾ ਵੀ ਮਤਲਬ ਰਿਸਪੌਂਸ ਨਹੀਂ ਮਿਲਿਆ, ਉਹਨਾਂ ਨੂੰ ਵੀ ਨਮੋਸ਼ੀ ਜਾਣ ਕੇ ਹੀ ਮਤਲਬ ਨਤੀਜੇ ਆਏ ਨੇ। ਅਕਾਲੀ ਦਲ ਦਾ ਬੀਜੇਪੀ ਨਾਲ ਬਹੁਤ ਗੂੜਾ ਸੰਬੰਧ ਸੀ। ਅਕਾਲੀ ਦਲ ਲਗਾਤਾਰ ਇਹਨਾਂ ਕਾਨੂੰਨਾਂ ਦੇ ਗੁਣ ਗਾਉਂਦਾ ਰਿਹਾ, ਲੋਕਾਂ ਨੂੰ ਸਮਝਾਉਣ ਦਾ ਯਤਨ ਕਰਦਾ ਰਿਹਾ, ਔਰ ਉਹ ਲੋਕ ਸਾਰੇ ਸਮਝ ਗਏ ਕਿ ਕਿਵੇਂ ਮਤਲਬ ਅਕਾਲੀ ਦਲ ਕਰਦਾ ਕੀ ਰਿਹਾ ਹੈ ਤੇ ਅੱਜ ਕੀ ਡਰਾਮੇਬਾਜ਼ੀ ਕਰ ਰਿਹਾ ਹੈ। ਉਸ ਕਰਕੇ ਉਹਨੂੰ ਵੀ ਉਹਦਾ ਮਤਲਬ ਨੁਕਸਾਨ ਝੱਲਣਾ ਪਿਆ। ਔਰ ਜਿਹੜੀ ਆਪਾਂ ਕਾਂਗਰਸ ਦੀ ਗੱਲ ਕਰਦੇ ਹਾਂ, ਸੱਤਾਧਾਰੀ ਪਾਰਟੀਆਂ ਜਿਹੜੀਆਂ ਹੁੰਦੀਆਂ ਉਹ ਕੁਦਰਤੀ ਗੱਲ ਹੈ ਕਿ ਉਹ ਮਤਲਬ ਇਹਨਾਂ ਗੱਲਾਂ ਦਾ, ਇਹਨਾਂ ਮੌਕਿਆਂ ਦਾ, ਸਾਰਿਆਂ ਦਾ ਅਲਟਰਨੇਟ ਵੀ ਕੋਈ ਨਹੀਂ ਸੀ, ਅਲਟਰਨੇਟ ਹੈ ਵੀ ਕੋਈ ਨਹੀਂ ਸੀ। ਉਹਦੇ 'ਚੋਂ ਲਾਭ ਉਹਨਾਂ ਨੂੰ ਮਿਲਣਾ ਹੀ ਮਿਲਣਾ ਸੀਗਾ, ਉਹਦੇ 'ਚੋਂ ਲਾਭ ਲੈਣ ਦੇ ਵਿੱਚ ਸਫਲ ਹੋਏ ਨੇ। ਜਿਹੜਾ ਇੱਕ ਉਹਨਾਂ ਨੇ ਮਤਲਬ ਇਹਨਾਂ ਕਾਨੂੰਨਾਂ ਦੇ ਖਿਲਾਫ ਇੱਕ ਮਤਾ ਪਾਤਾ, ਉਹ ਭਾਵੇਂ ਮਤਲਬ ਜਿਹੜੇ ਬੰਦੇ ਸਾਡੇ ਵਰਗੇ ਟੈਕਨੀਕਲੀ ਸਮਝਦੇ ਨੇ ਉਹ ਸਮਝਦੇ ਨੇ ਕਿ ਬਹੁਤਾ ਫਾਇਦੇਮੰਦ ਨਹੀਂ ਸੀ ਉਹ, ਲੇਕਿਨ ਆਮ ਪਬਲਿਕ ਦੇ ਵਿੱਚ ਇਹ ਗੱਲ ਜ਼ਰੂਰ ਮੈਸੇਜ ਗਿਆ ਕਿ ਮਤਲਬ ਕਿਸਾਨਾਂ ਦੇ ਹੱਕ 'ਚ ਕੋਈ ਉਹਨਾਂ ਨੇ ਗੱਲ ਕੀਤੀ ਹੈ। ਪਰ ਉਹ ਰਾਜਨੀਤਿਕ ਖੇਡ ਖੇਡਣ ਦੇ ਵਿੱਚ ਯਾਨੀ ਮੈਂ ਕਹੂੰਗਾ ਕਾਂਗਰਸ ਇੱਥੇ ਕਾਮਯਾਬ ਹੋਈ ਹੈ। ਜਿਹੜੀ ਮੈਂ ਗੱਲ ਕਰ ਰਿਹਾ ਸੀ ਵੀ ਜਿਹੜੀ ਐਮਰਜੈਂਸੀ ਮੀਟਿੰਗ ਕਾਲ ਕਰਨੀ ਅਮਿਤ ਸ਼ਾਹ ਦੀ, ਇਹ ਫਿਕਰ ਜ਼ਾਹਰ ਕਰਨਾ ਉੱਤਰ ਪ੍ਰਦੇਸ਼ ਦੇ ਵਿੱਚ, ਖਾਸ ਤੌਰ 'ਤੇ ਪੱਛਮੀ ਉੱਤਰ ਪ੍ਰਦੇਸ਼, ਹਰਿਆਣੇ 'ਚ ਜਿਸ ਤਰ੍ਹਾਂ ਦੀ ਉਹਨਾਂ ਨੂੰ ਰਿਪੋਰਟਸ ਆ ਰਹੀਆਂ ਕਿ ਬਹੁਤ ਡਾਊਨਫਾਲ ਉਹਨਾਂ ਦਾ ਚੱਲ ਰਿਹਾ ਹੈ, ਆਉਂਦੀਆਂ ਇਲੈਕਸ਼ਨਸ ਉਹਨਾਂ ਨੂੰ ਵੱਡਾ ਨੁਕਸਾਨ ਹੋ ਸਕਦਾ। ਕੀ ਇਹ ਮਜਬੂਰ ਕਰੇਗਾ ਉਹਨਾਂ ਨੂੰ ਤੁਹਾਡੇ ਨਾਲ ਗੱਲ ਕਰਨ ਵਾਸਤੇ? ਹਮੇਸ਼ਾ ਪੋਲੀਟੀਕਲ ਪਾਰਟੀ ਭਾਵੇਂ ਇੱਥੇ ਅੱਧੋਂ ਵੱਧ ਕਿਸਾਨ ਖੁਦਕੁਸ਼ੀ ਕਰਕੇ ਮਰ ਜਾਣ, ਭੁੱਖ ਹੜਤਾਲ 'ਤੇ ਮਰਨ ਵਰਤੇ ਬੈਠ ਕੇ ਮਰ ਜਾਣ, ਗੋਲੀ ਚੱਲ ਕੇ ਮਰ ਜਾਣ, ਕੁਛ ਹੋ ਜਾਏ, ਸਰਕਾਰ ਨੂੰ ਕੋਈ ਪਰਵਾਹ ਨਹੀਂ। ਜਦੋਂ ਇਹਨਾਂ ਦੀ ਵੋਟ ਬੈਂਕ ਦਾ ਨੁਕਸਾਨ ਹੁੰਦਾ ਹੈ ਉਹ ਇੱਕ ਸਭ ਤੋਂ ਵੱਡਾ ਮਤਲਬ ਸੱਟ ਹੁੰਦੀ ਹੈ ਸਰਕਾਰ ਦੇ ਉੱਤੇ। ਔਰ ਅਸੀਂ ਪੀਸਫੁਲੀ ਅੰਦੋਲਨ ਚਲਾ ਕੇ ਵਰਲਡ ਦੇ ਵਿੱਚ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਅੰਦੋਲਨ ਨੂੰ ਫੈਲਣ ਦਾ ਪ੍ਰਮਾਤਮਾ ਨੇ ਮੌਕਾ ਦਿੱਤਾ, ਔਰ ਉਹਦੇ ਨਾਲ ਮਤਲਬ ਆਪਾਂ, ਤੁਸੀਂ ਵੀ ਕਿਹਾ, ਮੈਂ ਵੀ ਮੰਨਦਾ, ਸਾਰੀ ਜਨਤਾ ਮੰਨਦੀ ਹੈ ਕਿ ਬੀਜੇਪੀ ਮਤਲਬ ਡਾਊਨਫਾਲ ਵੱਲ ਨੂੰ ਜਾ ਰਹੀ ਹੈ। ਜਿਵੇਂ ਜਿਵੇਂ ਬੀਜੇਪੀ ਦਾ ਗ੍ਰਾਫ ਡਾਊਨ ਹੋ ਰਿਹਾ ਹੈ, ਲੀਡਰਸ਼ਿਪ ਲਈ ਚਿੰਤਾ ਦਾ ਵਿਸ਼ਾ ਤਾਂ ਬਣਿਆ ਇਹ 'ਚ ਕੋਈ ਦੋ ਰਾਵਾਂ ਨਹੀਂ ਹੈ, ਲੇਕਿਨ ਉਹ ਆਪਦੀਆਂ ਗਿਣਤੀਆਂ ਮਿੰਤੀਆਂ ਗਿਣਨ 'ਤੇ ਲੱਗੇ ਹੋਏ ਨੇ। ਆਉਣ ਵਾਲੇ ਜਿੰਨੀ ਛੇਤੀ ਸਰਕਾਰ ਮਤਲਬ ਇਹ ਗੱਲ ਨੂੰ ਸਮ ਅਪ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਮੇਰਾ ਖਿਆਲ ਹੋ ਸਕਦਾ ਬੀਜੇਪੀ ਜਿਉਂਦੀ ਰਹਿ ਜੇ ਦੇਸ਼ ਦੇ ਅੰਦਰ। ਨਹੀਂ ਤਾਂ ਅਗਰ ਲੰਬਾ ਟਾਈਮ ਐਵੇਂ ਹੋਇਆ ਤਾਂ ਮੈਨੂੰ ਨਹੀਂ ਲੱਗਦਾਗਾ ਬੀਜੇਪੀ ਨੂੰ ਮਤਲਬ ਬਹੁਤ ਬੁਰੀ ਤਰ੍ਹਾਂ ਮਤਲਬ ਇਹ ਕਿਸਾਨ ਅੰਦੋਲਨ ਦਾ, ਕਿਸਾਨਾਂ ਦੇ ਵਿਦਰੋਹ ਦਾ, ਦੇਸ਼ ਦੇ ਲੋਕਾਂ ਦੇ ਵਿਦਰੋਹ ਦਾ ਸਾਹਮਣਾ ਨਹੀਂ ਝੱਲ ਸਕੇਗੀ ਇਹ ਸਰਕਾਰ। ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਖੁਦ ਹੀ ਆਪਣਾ ਬਹੁਤ ਵੱਡਾ ਨੁਕਸਾਨ ਝੱਲਣਾ ਪਏਗਾ, ਜਿਹਦੇ 'ਚੋਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਰੀਆਂ ਗੱਲਾਂ ਨੂੰ ਪਿੱਛੇ ਛੱਡ ਕੇ ਤੁਰੰਤ ਮਤਲਬ ਕਿਸਾਨਾਂ ਨਾਲ ਗੱਲਬਾਤ ਕਰੇ। ਔਰ ਗੱਲਬਾਤ ਵੀ ਲੋੜ ਨਹੀਂ ਹੈ। ਸਾਡੀ ਮੰਗ ਹੈ ਕਾਨੂੰਨ ਵਾਪਸ ਕਰੇ ਸਰਕਾਰ, ਕਾਨੂੰਨ ਸਰਕਾਰ ਨੂੰ ਵਾਪਸ ਲੈ ਲੈਣੇ ਚਾਹੀਦੇ। ਅਸੀਂ ਗੱਲਬਾਤ ਕਰਕੇ ਕੋਈ ਉਹਦੇ ਵਿੱਚੋਂ ਸਿਹਰੇ ਨਹੀਂ ਲੈਣੇ ਚਾਹੁੰਦੇ ਕਿ ਫਲਾਣੇ ਨੇ ਗੱਲ। ਸਤਿ ਸ਼੍ਰੀ ਅਕਾਲ। ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ।